ਪੰਜਾਬ ਦਾ ਕਾਫੀ ਲੰਬੇ ਸਮੇਂ ਤੋਂ ਸਕੇਜ ਹੋਆ ਕਿ ਕਾਨੂੰਨੀ ਜਿਹੜਾ ਕਿ ਅਧਾਰੇ ਅਟਕਿਆ ਕੀ ਕਾਰਨ ਹੈ? ਕਾਰਨ ਸਰ ਪੁਲਿਸ ਦੀ ਕਹਿ ਲਓ ਕਿ ਉੱਤੇ ਜੋ ਇਨਫਲੂਐਂਸ਼ੀਅਲ ਲੋਕਾਂ ਦਾ ਪ੍ਰਭਾਵ ਹੈ ਉਹਦੀ ਵਜ੍ਹਾ ਨਾਲ ਪੁਲਿਸ ਜੋ ਹੈ ਅਜੇ ਤੱਕ ਪ੍ਰੋਪਰ ਕਾਰਵਾਈ ਨਹੀਂ ਕਰ ਪਾਈ। ਇਨਫੈਕਟ ਅੱਜ ਮੇਰੇ ਕੋਲ ਕੁਝ ਡਾਕੂਮੈਂਟਸ ਆਏ ਨੇ ਜਿਹਦੇ ਵਿੱਚ ਪੁਲਿਸ ਦੀ ਆਪਣੇ ਹੀ ਬਿਆਨ ਨਹੀਂ ਰਲ ਰਹੇ। ਤੇ ਪੁਲਿਸ ਦੇ ਇੱਕ ਕਲੰਦਰਾ ਪੇਸ਼ ਕੀਤਾ ਸੀਗਾ, ਉਹਦੇ ਵਿੱਚ ਹੈ ਜਦੋਂ ਹਾਈ ਕੋਰਟ ਦੇ ਵਿੱਚ ਪਹਿਲੀ ਗੱਲ ਤਾਂ ਕਿ ਮੈਨੂੰ ਪਿਛਲੇ 6 ਮਹੀਨਿਆਂ ਤੋਂ ਕਲੰਦਰੇ ਦੀ ਕਾਪੀ ਨਹੀਂ ਦਿੱਤੀ ਗਈ। ਹੁਣ ਜਦੋਂ ਮੇਰੇ ਕੋਲ ਕਲੰਦਰੇ ਦੀ ਕਾਪੀ ਆਈ ਹੈ ਹਾਈ ਕੋਰਟ ਦੇ ਥਰੂ, ਜਦੋਂ ਹਾਈ ਕੋਰਟ ਦਾ ਨੋਟਿਸ ਗਿਆ ਡੀਸੀਪੀ ਕਮ ਐਗਜ਼ੀਕਿਊਟਿਵ ਮੈਜਿਸਟ੍ਰੇਟ ਗੁੜਗਾਉਂ ਦੇ ਕੋਲ, ਫਿਰ ਕਲੰਦਰੇ ਦੀ ਕਾਪੀ ਆਈ ਹੈ ਜਿਹਦੇ ਵਿੱਚ ਪੁਲਿਸ ਦੇ ਬਿਆਨ ਦੇਖੋ। ਇੱਕ 'ਚ ਉਹ ਕਹਿ ਰਹੇ ਨੇ ਕਿ ਹਿਦਾਇਤ ਦੇ ਕਰ ਭੇਜਾ ਗਿਆ, ਯਾਨੀ ਕਿ ਰਵਨੀਤ ਕੌਰ ਨੂੰ ਹਿਦਾਇਤ ਦੇ ਕੇ ਭੇਜ ਦਿੱਤਾ ਗਿਆ ਘਰ। ਤੇ ਦੂਸਰੇ ਪਾਸੇ ਇਹ ਕਹਿੰਦੇ ਨੇ, पेज नंबर 5 ਤੇ ਆ ਜਾਈਏ ਤੇ ਉੱਥੇ ਕਹਿੰਦੇ ਨੇ ਕਿ प्रतिवादी रवनीत कौर अचानक भीड़ का फ़ायदा उठाकर अचानक कहीं भाग गई चली गई। ਤੇ ਪੁਲਿਸ ਦੇ ਜਦੋਂ ਆਪਣੇ ਹੀ ਬਿਆਨ ਨਹੀਂ ਰਲਦੇ ਤਾਂ ਤੁਸੀਂ ਇਹ ਸੋਚੋ ਵੀ ਜਿਹੜੇ ਇਹਨਾਂ ਨੇ ਮੇਰੇ ਤੇ ਕੇਸ ਪਾਏ ਨੇ ਉਹ ਕਿੰਨੇ ਫਰਾਡ ਨੇ, ਕਿੰਨੇ ਝੂਠੇ ਨੇ। ਔਰ ਪੁਲਿਸ ਦੇ ਜਿਸ ਤਰ੍ਹਾਂ ਇੱਕ ਕੇਸ ਇੱਕ ਵਾਰ ਮਤਲਬ ਪਰਸਨ ਤੁਸੀਂ ਇੱਕ ਬਿਆਨ ਦੋ ਤਰ੍ਹਾਂ ਦੇ ਰਹੇ, ਕੀ ਕਹਿਣਾ ਚਾਹੁੰਦੇ? ਇੱਥੇ ਸਰ ਪੁਲਿਸ ਦੇ ਦੇਖੋ ਜਦੋਂ ਬਿਆਨ ਨਹੀਂ ਰਲ ਰਹੇ ਉਹ ਫਿਰ ਸਾਫ਼-ਸਾਫ਼ ਐਵੀਡੈਂਟ ਹੈ ਨਾ ਇਹ ਤਾਂ ਕਿ ਪੁਲਿਸ ਦੇ ਉੱਤੇ ਪ੍ਰਭਾਵ ਕਿੰਨਾ ਹੈ। ਪੁਲਿਸ ਖੁਦ ਇੰਨੇ ਪ੍ਰੈਸ਼ਰ 'ਚ ਹੈ ਕਿ ਉਹਨਾਂ ਨੂੰ ਇਹ ਨਹੀਂ ਪਤਾ ਲੱਗ ਰਿਹਾ ਵੀ ਅਸੀਂ ਕਾਗਜ਼ ਕੀ ਦੇ ਰਹੇ ਹਾਂ ਹਾਈ ਕੋਰਟ ਦੇ ਵਿੱਚ। ਇੱਕ ਖਾਸ ਕਰਕੇ ਉਹਨਾਂ ਪੀੜਤ ਜੋ ਹੋਰ ਲੜਕੀਆਂ ਵੀ ਆ ਪੂਰੇ ਪੰਜਾਬ ਜਾਂ ਭਾਰਤ ਵਿੱਚ ਜਿਨ੍ਹਾਂ ਵਿੱਚ ਜਿਹੜੀਆਂ 376 ਦੀਆਂ ਪੀੜਤ ਨੇ, ਤੇ ਜਿਸ ਤਰ੍ਹਾਂ ਇੱਕ ਲੇਡੀ ਕਨਸਟੇਬਲ ਨੇ ਆ ਕੇ ਬਿਆਨ ਲੈਣੇ ਹੁੰਦੇ ਆ ਔਰ ਕਿਤੇ ਨਾ ਕਿਤੇ ਇੱਕ ਰਿਕਾਰਡ ਕਰਨ ਦਾ ਵੀ ਸਾਨੂੰ ਅਥਾਰਟੀ ਹੈਗੀ ਆ, ਤੇ ਇਹਦੇ ਬਾਰੇ ਤੁਸੀਂ ਉਹਨਾਂ ਨੂੰ ਵੀ ਇਹ ਦੱਸੋ ਜਾਣਕਾਰੀ ਕੀ ਆ? ਬਿਲਕੁਲ ਸਰ, CRPC 157 ਸੈਕਸ਼ਨ 157 ਆਫ CRPC ਜੇ ਆਪਾਂ ਉਹਦੀ ਗੱਲ ਕਰੀਏ ਤੇ ਉਹਦੇ ਵਿੱਚ ਇੱਕ ਪ੍ਰੋਵੀਜ਼ਨ ਹੈ ਕਿ ਜੇ ਇੱਕ ਰੇਪ ਪੀੜਿਤਾ ਜਿਹੜੀ ਹੈ ਉਹ ਕੰਫਰਟੇਬਲ ਫੀਲ ਨਹੀਂ ਕਰ ਰਹੀ ਥਾਣੇ ਦੇ ਵਿੱਚ ਆ ਕੇ ਕੋਈ ਬਿਆਨ ਦੇਣ ਲਈ, ਤੇ ਉਹਦੇ ਵਿੱਚ ਇਹ ਆਯੂ ਦੀ ਡਿਊਟੀ ਹੁੰਦੀ ਹੈ ਜਿਹੜਾ 45 ਆਫੀਸਰ ਲੱਗਿਆ ਹੁੰਦਾ ਹੈ ਵੀਮਨ ਪ੍ਰੈਫਰੇਬਲੀ, ਜੇ ਉਹਦੀ ਅੰਡਰ ਕੋਈ ਇਨਵੈਸਟੀਗੇਸ਼ਨ ਆਉਂਦੀ ਹੈ ਉਹ ਪੀੜਤਾ ਦੇ ਸੇਫਟੀ ਨੂੰ ਪਹਿਲੇ ਧਿਆਨ 'ਚ ਰੱਖੇਗੀ, ਸੁਰੱਖਿਆ ਨੂੰ ਧਿਆਨ 'ਚ ਰੱਖੇਗੀ। ਜੇ ਪੀੜਤਾ ਜਿਹੜੀ ਹੈ ਪੁਲਿਸ ਥਾਣੇ ਆ ਕੇ ਬਿਆਨ ਨਹੀਂ ਦੇ ਸਕਦੀ ਤਾਂ ਪੀੜਤਾ ਜਿੱਥੇ ਕੰਫਰਟੇਬਲ ਮਹਿਸੂਸ ਕਰੇਗੀ ਕਿਸੇ ਜ਼ਿੰਮੇਦਾਰ ਨਾਗਰਿਕ ਦੇ ਸੁਪਰਵਿਜ਼ਨ ਦੇ ਅੰਦਰ, ਨਿਗਰਾਨੀ ਦੇ ਅੰਦਰ, ਜਿੱਦਾਂ ਕੋਈ ਪਿੰਡ ਦਾ ਸਰਪੰਚ ਕਹਿ ਲਓ, ਕੋਈ ਮਹਿਲਾ ਆਫੀਸਰ ਹੈ, ਕੋਈ ਜਿੱਦਾਂ ਸਮਾਜ ਸੇਵੀ ਹੁੰਦੇ ਨੇ, ਉਹਨਾਂ ਦੀ ਪ੍ਰੈਸੈਂਸ ਦੇ ਵਿੱਚ ਜਿਹੜਾ ਬਿਆਨ ਹੈ ਉਹ ਦਰਜ ਕੀਤਾ ਜਾਏਗਾ ਪੀੜਤਾ ਦਾ। ਔਰ ਮਹਿਲਾ ਆਯੂ ਦੀ ਇਹ ਡਿਊਟੀ ਬਣ ਜਾਂਦੀ ਹੈ ਕਿ ਉਹ ਜਿੱਥੇ ਉਹਨੂੰ ਪੀੜਤਾ ਨੂੰ ਬਿਆਨ ਦੇਣ 'ਚ ਸੁਰੱਖਿਅਤ ਮਹਿਸੂਸ ਕਰੇਗੀ ਉੱਥੇ ਜਾ ਕੇ ਉਹਦਾ ਬਿਆਨ ਲੈਣਾ ਪਏਗਾ ਐਜ਼ ਪਰ ਲਾਅ। ਇੱਕ ਤੁਹਾਡੇ ਨਾਲ ਹੋਰ ਛੋਟੀ ਗੱਲ ਕਰਨਾ ਚਾਹੁੰਦੇ ਹਾਂ ਕਿ ਜਿਸ ਤਰ੍ਹਾਂ ਕੁਝ ਥਾਵਾਂ 'ਤੇ ਬਿਆਨ ਜਿਹੜੇ ਕਿ ਦੇਣ ਵਾਲੇ ਨੂੰ ਚੰਗੀ ਤਾਂ ਕਈ ਗੱਲਾਂ ਦਾ ਨਹੀਂ ਪਤਾ ਹੁੰਦਾ, ਪਰ ਪੁਲਿਸ ਲਿਜਾ ਕੇ ਆਪਣੇ ਤਰੀਕੇ ਨਾਲ ਬਿਆਨ ਲੈ ਕੇ ਲਿਖ ਕੇ ਤੇ ਉਹ ਕੇਸ ਬੰਦ ਕੀਤਾ ਜਾਂਦਾ, ਕੀ ਕਹਿਣਾ ਚਾਹੁੰਦੇ? ਇੱਥੇ ਸਰ ਮੇਰੇ ਕੋਲ ਪਹਿਲੇ ਵੀ ਬਹੁਤ ਸਾਰੀਆਂ ਕਾਲਸ ਆਈਆਂ ਨੇ ਜਿੱਥੇ ਲੇਡੀਜ਼ ਨੂੰ ਹਰਾਸ ਕੀਤਾ ਗਿਆ ਹੈ। ਜੇ ਉਹ ਕੰਪਲੇਂਟ ਸੱਚੀ ਵੀ ਹੈ ਤੇ ਉਹਨੂੰ ਲੇਡੀ ਨੂੰ ਪਜ਼ਲ ਕਰ ਲਈ, ਕਿਉਂਕਿ ਉਸ ਸਮੇਂ ਜਿਹੜੀ ਲੜਕੀ ਉਹ ਟਰਾਮਾ 'ਚ ਹੁੰਦੀ ਹੈ, ਉਹ ਪ੍ਰੋਪਰਲੀ ਜਿਹੜਾ ਬਿਆਨ ਦੇਣਾ ਉਹਦੇ ਲਈ ਸੰਭਵ ਨਹੀਂ ਹੁੰਦਾ, ਪਰ ਫਿਰ ਵੀ ਕੁਝ ਹਿੰਮਤ ਕਰਕੇ ਜੇ ਕੋਈ ਬਿਆਨ ਦੇਣ ਜਾ ਰਿਹਾ ਤੇ ਉੱਥੇ ਪੁਲਿਸ ਦੀ ਡਿਊਟੀ ਹੁੰਦੀ ਹੈ ਪਹਿਲੇ ਕਿ ਪੀੜਿਤਾ ਨੂੰ ਕੰਫਰਟੇਬਲ ਮਹਿਸੂਸ ਕਰਾਉਣਾ। ਪਰ ਇੱਥੇ ਜਿੰਨੀ ਕਿ ਇਨਵੈਸਟੀਗੇਸ਼ਨ ਦਾ ਮੈਨੂੰ ਪਤਾ ਹੈ ਉੱਥੇ ਪੁਲਿਸ ਆਫੀਸਰ ਕੀ ਕਰਦੇ ਨੇ, ਕਿਉਂਕਿ ਦੂਸਰੀ ਪਾਰਟੀ ਤੋਂ ਪ੍ਰੈਸ਼ਰ ਆਇਆ ਹੁੰਦਾ ਹੈ, ਇੱਥੇ ਪੁਲਿਸ ਪੈਸੇ ਲੈ ਕੇ ਜਾਂ ਕਹਿ ਲਓ ਇਨਫਲੂਐਂਸ਼ੀਅਲ ਲੋਕਾਂ ਦੇ ਪ੍ਰਭਾਵ ਦੇ ਵਿੱਚ ਆ ਕੇ ਪੀੜਿਤਾ ਨੂੰ ਗ੍ਰਿਲ ਕਰਨਾ ਸ਼ੁਰੂ ਕਰ ਦਿੰਦੇ ਨੇ। ਉਹਨੂੰ ਇੰਨਾ ਟੌਰਚਰ ਕੀਤਾ ਜਾਂਦਾ ਹੈ ਮੈਂਟਲੀ, ਉਹਦੇ ਇੱਕੋ ਹੀ ਇਨਸੀਡੈਂਟ ਉਹ ਤੋਂ ਬਾਰ-ਬਾਰ ਬੁਲਵਾ ਕੇ ਉਹਨੂੰ ਇੰਨਾ ਕਨਫਿਊਜ਼ ਕਰ ਦਿੱਤਾ ਜਾਂਦਾ ਹੈ ਕਿ ਉਹ ਫਿਰ ਬਿਆਨ ਜਿਹੜੇ ਉਹ ਦਿੰਦੀ ਹੈ, ਉਹ ਬਿਆਨ ਜਦੋਂ ਨਹੀਂ ਰਲਦੇ, ਕੋਈ ਇੱਕ ਅੱਧਾ ਸ਼ਬਦ ਇੱਧਰ ਉੱਧਰ ਹੋ ਜਾਂਦਾ ਹੈ, ਫਿਰ ਕਿਹਾ ਜਾਂਦਾ ਜੀ ਬਿਆਨ ਨਹੀਂ ਰਲਦੇ। ਤਾਂ ਇਹ ਗੱਲ ਹੈ ਕਿ ਇੱਥੇ ਆਯੂ ਦੀ ਡਿਊਟੀ ਹੁੰਦੀ ਹੈ ਕਿ ਪਹਿਲੇ ਉਹ ਬਿਆਨਾਂ ਦੇ ਤਰਜੀਹ ਦੇ ਕੇ ਫਿਰ ਕੋਈ ਦੂਸਰੀ ਗੱਲ ਕਰੇ, ਪਰ ਇੱਥੇ ਪੀੜਿਤਾ ਨੂੰ ਉਲਝਾਇਆ ਜਾਂਦਾ ਹੈ ਦੂਸਰੇ ਸਵਾਲਾਂ ਦੇ ਅੰਦਰ। ਤੁਹਾਡਾ ਖਾਨਦਾਨ ਕੀ ਹੈ, ਤੁਸੀਂ ਕਿੱਥੋਂ, ਇਹ ਖਾਨਦਾਨ ਦਾ ਕੁਐਸਚਨ ਜਾਂ ਕਿੱਥੋਂ ਆਉਂਦਾ ਹੈ? ਜਦੋਂ ਤੁਸੀਂ ਆਪਾਂ ਗੱਲ ਇਨਸੀਡੈਂਟ ਦੀ ਕਰ ਰਹੇ ਤੁਹਾਨੂੰ ਤਾਂ ਜਗ੍ਹਾ ਦਾ ਕੁਐਸਚਨ ਹੋਣਾ ਚਾਹੀਦਾ ਹੈ ਕਿ ਤੁਹਾਡਾ ਜਿਹੜਾ ਆਫੈਂਸ ਉਹ ਕਿੱਥੇ ਕਮਿਟ ਹੋਇਆ। ਇੱਥੇ ਇੱਕ ਹੋਰ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੇ ਹਾਂ ਕਿ ਜਿਸ ਤਰ੍ਹਾਂ ਬੀਤੇ ਸਮੇਂ ਹਾਈ ਕੋਰਟ ਵੱਲੋਂ ਮਾਨਯੋਗ ਵੱਲੋਂ ਕਿਹਾ ਗਿਆ ਹੈਗਾ ਕਿ ਜਾਤੀਵਾਦ ਸ਼ਬਦ ਜਿਹੜਾ ਜਾਤੀ ਨਹੀਂ ਲਿਖੀ ਜਾਏਗੀ, ਤੇ ਇੱਥੇ ਤੁਸੀਂ ਕੀ ਆਪਣੀ ਟਿੱਪਣੀ ਕਹਿਣਾ? ਜਾਤੀ ਨਾ ਲਿਖਣਾ ਕਿਉਂ? ਬਿਕੋਜ਼ ਵੀ ਆਲ ਆਰ ਇੰਡੀਆ, ਇਟਸ ਅ ਸੈਕੂਲਰ ਕੰਟਰੀ ਫਸਟ ਆਫ ਆਲ। ਤੇ ਇੱਥੇ ਜਾਤੀਵਾਦ ਦੀ ਗੱਲ ਕਰਨਾ, ਹਾਈ ਕੋਰਟ ਨੇ, ਮਾਨਯੋਗ ਹਾਈ ਕੋਰਟ ਨੇ ਜੋ ਬਿਆਨ ਜੋ ਜਜਮੈਂਟ ਦਿੱਤੀ ਹੈ, ਜੋ ਆਰਡਰ ਦਿੱਤਾ ਹੈ, ਬਿਲਕੁਲ ਸਹੀ ਡਾਇਰੈਕਸ਼ਨਸ ਉਹ ਦਿੱਤੀਆਂ ਨੇ, ਕਿਉਂਕਿ ਵੀ ਆਰ ਸੈਕੂਲਰ ਕੰਟਰੀ ਹੈ ਤੇ ਸੈਕੂਲਰ ਕੰਟਰੀ ਦੇ ਅੰਦਰ ਜਾਤੀਵਾਦ ਦਾ ਮੇਰੇ ਖਿਆਲ ਨਾਲ ਤਾਂ ਕੋਈ ਮੁੱਦਾ ਹੋਣਾ ਹੀ ਨਹੀਂ ਚਾਹੀਦਾ।
ਪਰ ਇੱਥੇ ਜਾਤੀਵਾਦ ਨੂੰ ਆਧਾਰ ਬਣਾ ਕੇ ਹੀ ਮੁਕੱਦਮੇ ਦਰਜ ਕੀਤੇ ਜਾਂਦੇ ਨੇ। ਜੇ ਕੋਈ ਉੱਚੀ ਜਾਤੀ ਦਾ ਹੈ ਜਾਂ ਇਨਫਲੂਐਂਸ਼ੀਅਲ ਹੈ ਜਾਂ ਉਹਦੇ ਕੋਲ ਕੁਰਸੀ ਉੱਚੀ ਹੈ ਤਾਂ ਉਹਦੇ ਪ੍ਰਭਾਵ ਦੇ ਅੰਦਰ ਆ ਕੇ ਜਿਹੜੇ ਮੁਕੱਦਮੇ ਉੱਤੇ ਤੇ ਕਾਰਵਾਈ ਕੀਤੀ ਜਾਂਦੀ ਹੈ। ਇਨਵੈਸਟੀਗੇਸ਼ਨ ਜੋ ਹੈ ਫੇਅਰ ਇਨਵੈਸਟੀਗੇਸ਼ਨ ਅੱਜ ਦੀ ਡੇਟ 'ਚ ਕਿਤੇ ਵੀ ਹੋ ਨਹੀਂ ਰਹੀ। ਤੁਸੀਂ ਲੋਕਾਂ ਦੀ ਹੈਲਪ ਵਾਸਤੇ ਵੀ ਕਹਿੰਦੇ ਕਿ ਮੈਂ ਅੱਗੇ ਆਉਣਾ ਚਾਹੁੰਦਾ, ਜਿਸ ਤਰ੍ਹਾਂ ਮੈਂ ਖੁਦ ਵੀ 376 ਦੀ ਪੀੜਤ ਹਾਂ, ਤੇ ਜਿਸ ਤਰ੍ਹਾਂ ਬੀਤੇ ਸਮੇਂ ਸ਼ਾਹਕੋਟ ਥਾਣੇ ਵਿੱਚ ਵੀ ਕੁਝ ਪੀੜਤ ਲੜਕੀ ਸੀ, ਉਹਦਾ ਕੰਪਲੇਂਟ ਤੇ ਦਰਜ ਜੋ FIR ਨਹੀਂ ਹੋ ਸਕੀ, ਤੇ ਕੀ ਕਹਿਣਾ ਚਾਹੁੰਦੇ ਹੋ? ਬਿਲਕੁਲ, ਮੈਂ ਇਹੋ ਜਿਹੀਆਂ ਲੜਕੀਆਂ ਨੂੰ ਮੈਂ ਕਿਹਾ ਸੀਗਾ ਜਿੰਨੀਆਂ ਵੀ ਕੁਝ ਰੇਪ ਵਿਕਟਿਮਸ ਨੇ, ਔਰ ਮੇਰੇ ਕੋਲ ਵੈਸੇ ਵੀ ਲੇਡੀਜ਼ ਦੇ ਕਾਲ ਆਏ ਕਿ ਜਿਨ੍ਹਾਂ ਦੇ ਉੱਪਰ ਝੂਠੇ ਮੁਕੱਦਮੇ ਦਰਜ ਕੀਤੇ ਗਏ, ਕਿਉਂਕਿ ਉਹਨਾਂ ਦਾ ਪਹਿਲੇ ਉਹਨਾਂ ਦਾ ਜਿਹੜਾ ਮੇਨ ਮੁੱਦਾ ਸੀ ਉਹ ਕੁਝ ਹੋਰ ਸੀ, ਬਟ ਉਹਨਾਂ ਨੂੰ ਪ੍ਰੈਸ਼ਰਾਈਜ਼ ਕਰਨ ਦੇ ਲਈ ਜਿਹੜੇ ਝੂਠੇ ਮੁਕੱਦਮੇ ਉਹਨਾਂ ਦੇ ਉੱਤੇ ਦਰਜ ਕੀਤੇ ਗਏ। ਇਹਦੇ ਵਿੱਚ ਇੱਕ ਲੁਧਿਆਣਾ ਦੇ ਐਡਵੋਕੇਟ ਹੀ ਨੇ ਮੈਡਮ, ਉਹਨਾਂ ਦੇ ਉੱਤੇ ਵੀ ਕੁਝ ਝੂਠੇ ਮੁਕੱਦਮੇ ਦਰਜ ਕੀਤੇ ਗਏ। ਉਹਨਾਂ ਨੂੰ ਬਿਨਾਂ 41 ਦਾ ਨੋਟਿਸ ਦਿੱਤੇ ਉਹਨਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ। ਹੁਣ ਉਹਨਾਂ ਦਾ ਮੁਕੱਦਮਾ ਵੀ ਜਦੋਂ ਮੇਰੀ ਨੌਲੇਜ ਦੇ ਵਿੱਚ ਆਇਆ, ਆਈ ਅਸ਼ੋਰਡ ਹਰ ਕਿ ਆਈ ਵਿਲ ਹੈਲਪ ਹਰ। ਜੋ ਉਹਨਾਂ ਨੂੰ ਪਿਛਲੇ 7 ਸਾਲ ਤੋਂ ਚੱਕਰ ਕਟਵਾਏ ਜਾ ਰਹੇ ਨੇ ਹਾਈ ਕੋਰਟ ਦੇ, CP ਆਫਿਸ ਦੇ, ਤੇ ਫਿਰ ਵੀ ਉਹਨਾਂ ਦੀਆਂ ਕੰਪਲੇਂਟਸ ਦੇ ਉੱਪਰ ਕੋਈ ਕਾਰਵਾਈ ਨਹੀਂ ਹੋਈ। ਹਾਲਾਂਕਿ ਬਾਰ ਕੌਂਸਲ ਆਫ ਇੰਡੀਆ ਨੇ ਉਹਨਾਂ ਨੂੰ ਰਿਲੀਫ ਜ਼ਰੂਰ ਦਿੱਤਾ ਹੈ ਉਹਨਾਂ ਦਾ ਲਾਇਸੈਂਸ ਰੀਸਟੋਰ ਕਰਕੇ, ਕਿਉਂਕਿ ਲਾਇਸੈਂਸ ਵੀ ਉਹਨਾਂ ਦਾ ਇਲੀਗਲੀ ਜਿਹੜਾ ਸਸਪੈਂਡ ਕੀਤਾ ਗਿਆ ਸੀ ਬਾਰ ਕੌਂਸਲ ਪੰਜਾਬ ਐਂਡ ਹਰਿਆਣਾ ਦੇ ਵੱਲੋਂ। ਤੇ ਇਹ ਬਾਰ ਕੌਂਸਲ ਆਫ ਪੰਜਾਬ ਐਂਡ ਹਰਿਆਣਾ ਕੋਈ ਪਹਿਲੀ ਗੱਲ ਤਾਂ ਇਦਾਂ ਦੀ ਕੋਈ ਅਥਾਰਟੀ ਨਹੀਂ ਹੈਗੀ, ਕੋਈ ਇਹਨਾਂ ਕੋਲ ਲੀਗਲ ਰੈਮਡੀ ਨਹੀਂ ਹੈ ਕਿ ਉਹ ਕਿਸੇ ਵੀ ਐਡਵੋਕੇਟ ਦਾ ਲਾਇਸੈਂਸ ਕਿਸੇ ਥਰਡ ਪਰਸਨ ਦੀ ਕੰਪਲੇਂਟ ਦੇ ਉੱਪਰ ਰੱਦ ਕਰ ਸਕਣ। ਉਹ ਰੱਦ ਕਰ ਦਿੱਤਾ ਗਿਆ ਸੀ। 7 ਸਾਲ ਲੜਕੀ ਨੂੰ ਚੱਕਰ ਕਟਵਾਏ ਗਏ, ਉਹਦਾ ਕਰੀਅਰ ਖਰਾਬ ਕੀਤਾ ਗਿਆ। ਉਸ ਤੋਂ ਬਾਅਦ ਹੁਣ ਜਦੋਂ ਉਸ ਦਾ ਮੁਕੱਦਮਾ ਮੇਰੇ ਕੋਲ ਆਇਆ ਹੈ ਤਾਂ ਹੁਣ ਮੈਂ ਉਹਦੀ ਬਿਲਕੁਲ ਹੈਲਪ ਕਰਾਂਗੀ, ਐਂਡ ਦੈਟ ਵਿਲ ਬੀ ਫ੍ਰੀ ਆਫ ਕਾਸਟ। ਇਸ ਤੋਂ ਇਲਾਵਾ ਵੀ ਜੇ ਕੋਈ ਲੜਕੀ ਕੋਈ ਪੀੜਤਾ ਹੈ, ਉਹਦੇ ਉੱਤੇ ਕੋਈ ਝੂਠੇ ਮੁਕੱਦਮੇ ਜਿਹੜੇ ਉਹ ਦਰਜ ਕੀਤੇ ਗਏ, ਉਹ ਕੰਟੈਕਟ ਕਰ ਸਕਦੀ ਹੈ ਤੇ ਉਸ ਤੋਂ ਬਾਅਦ ਜਿਹੜੀ ਉਹਦੀ ਹੈਲਪ ਹੈ ਉਹ ਫ੍ਰੀ ਆਫ ਕਾਸਟ ਕੀਤੀ ਜਾਏਗੀ। ਔਰ ਇੱਕ ਚੱਲਦੇ ਹੋਏ ਇੱਕ ਲਾਸਟ ਸਵਾਲ ਹੈਗਾ ਕਿ ਜਿਸ ਤਰ੍ਹਾਂ ਹੁਣ ਤੁਸੀਂ ਕਾਫੀ ਦੇਰ ਤੋਂ ਧਰਨਾ ਪ੍ਰਦਰਸ਼ਨ ਦੇ ਹੋ, ਔਰ ਕੀ ਕਹਿਣਾ ਚਾਹੁੰਦੇ ਵੀ ਤੁਹਾਨੂੰ ਇੱਥੇ ਕਿਹੜੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ? ਦਿੱਕਤਾਂ ਸਰ, ਸਭ ਤੋਂ ਵੱਡੀ ਦਿੱਕਤ ਹੈ ਇੱਥੇ ਬੇਸਿਕ ਨੈਸੈਸਿਟੀ ਜਿੱਦਾਂ ਵਾਸ਼ਰੂਮ ਯੂਜ਼ ਕਰਨਾ। ਪਹਿਲੇ ਮੈਂ ਤੁਹਾਨੂੰ ਦੱਸਿਆ ਸੀਗਾ ਪਿਛਲੀ ਵੀਡੀਓਜ਼ 'ਚ ਵੀ ਕਿ ਲਾਅ ਭਵਨ ਨੇ ਮੇਰੀ ਐਂਟਰੀ ਇਲੀਗਲ ਬੈਨ ਕਰ ਦਿੱਤੀ ਸੀ ਔਰ ਮੈਨੂੰ ਵਾਸ਼ਰੂਮ ਯੂਜ਼ ਨਹੀਂ ਕਰਨ ਦਿੱਤਾ ਗਿਆ ਸੀ। ਉਸ ਤੋਂ ਬਾਅਦ ਇਹਨਾਂ ਨੇ ਜਿਹੜੇ ਨਾਲ ਦੇ ਅਗਰ ਦੇਖਿਆ ਜਾਵੇ, ਦੇਰ ਇਜ਼ ਐਨ ਆਫਿਸ ਫॉर ਰੋਟਰੀ ਕਲੱਬ, ਬਲੱਡ ਡੋਨੇਸ਼ਨ ਦਾ ਜਿਹੜਾ ਆਫਿਸ ਹੈ, ਇਹਨਾਂ ਨੂੰ ਵੀ ਇਨਸਟਰਕਸ਼ਨਸ ਦਿੱਤੀਆਂ ਗਈਆਂ। ਫਿਰ ਅੱਗੇ ਕਾਂਗਰਸ ਦਾ ਇੱਕ ਆਫਿਸ ਹੈ, ਅਸ਼ਵਨੀ ਕੁਮਾਰ ਜੀ ਉੱਥੇ ਪ੍ਰਧਾਨ ਨੇ, ਉਹਨਾਂ ਨੂੰ ਵੀ ਇਨਸਟਰਕਸ਼ਨਸ ਦਿੱਤੀਆਂ ਗਿਆ ਕਿ ਤੁਸੀਂ ਇਹਨੂੰ ਵਾਸ਼ਰੂਮ ਯੂਜ਼ ਨਾ ਕਰਨ ਦਿੱਤਾ ਜੋ, ਤਾਂ ਕਿ ਆਪਣਾ ਜਿਹੜਾ ਧਰਨਾ ਪ੍ਰਦਰਸ਼ਨ ਹੈ ਇੱਥੇ ਨਾ ਕਰ ਸਕੇ। ਤਾਂ ਬੇਸਿਕ ਜਿਹੜੀ ਪ੍ਰੋਬਲਮ ਹੈ ਉਹ ਸਿਰਫ ਇੱਥੋਂ ਹੀ ਸ਼ੁਰੂ ਕਰ ਦਿੱਤੀ। ਉਸ ਤੋਂ ਬਾਅਦ ਜਿਸ ਤਰ੍ਹਾਂ ਬੀਇੰਗ ਅ ਫੀਮੇਲ, ਸੁਰੱਖਿਆ ਸਭ ਤੋਂ ਵੱਡੀ ਚੀਜ਼ ਹੁੰਦੀ ਹੈ, ਤੇ ਮੈਨੂੰ ਕਾਰ ਦੇ ਵਿੱਚ ਸੌਣਾ ਪੈ ਰਿਹਾ ਹੈ, ਅੰਦਰ ਰੂਮ ਨਹੀਂ ਪ੍ਰੋਵਾਈਡ ਕੀਤਾ ਜਾ ਰਿਹਾ। ਔਰ ਇਹਦੇ ਤੇ ਮੈਂ ਤੁਹਾਨੂੰ ਇੱਕ ਚੀਜ਼ ਵੀ ਇੱਥੇ ਦਿਖਾਉਣਾ ਚਾਹੂੰਗੀ, ਕੁਛ ਇੱਕ ਨਿਊਜ਼ ਜੋ ਕਿ ਮੇਰੀ ਵੀ ਨੌਲੇਜ ਦੇ ਵਿੱਚ ਆਈ ਸੀਗੀ। ਇਹ ਅਗਰ ਦੇਖਿਆ ਜਾਵੇ ਤਾਂ ਇੱਕ ਨਿਊਜ਼ ਪਬਲਿਸ਼ ਹੋਈ ਸੀ, ਔਰ ਇੱਥੇ ਲਾਅ ਭਵਨ ਦੇ ਅੰਦਰ ਪਹਿਲੇ ਵੀ ਇਲੀਗਲ ਜਿਹੜੀਆਂ ਐਂਟਰੀਜ਼ ਨੇ ਉਹ ਕੀਤੀਆਂ ਜਾ ਰਹੀਆਂ ਸੀ। ਪਹਿਲੇ ਵੀ ਖਬਰ ਛਪੀ ਸੀ ਕਿ ਇੱਥੇ ਲਾਇਰਸ ਦੀ ਐਂਟਰੀ ਤੋਂ ਇਲਾਵਾ ਆਊਟਸਾਈਡਰਸ ਐਂਟਰੀਜ਼ ਕਰਦੇ ਨੇ, ਔਰ ਇਲੀਗਲ ਆਬਜੈਕਸ਼ਨੇਬਲ ਹਾਲਤ ਦੇ ਵਿੱਚ ਉਹਨਾਂ ਦੀ ਜਿਹੜੀ ਨਿਊਜ਼ ਹੈ ਉਹ ਪਬਲਿਸ਼ ਹੋਈ ਸੀ ਕਿ ਇਲੀਗਲ ਤਰੀਕੇ ਨਾਲ ਇੱਥੋਂ 4 ਲੜਕਿਆਂ ਦੇ ਹੋਣ ਦੀ ਆਸ਼ੰਕਾ ਜਤਾਈ ਗਈ ਸੀ। ਔਰ ਉਸ ਤੋਂ ਬਾਅਦ ਕੰਪਲੇਂਟ ਦਰਜ ਹੋਣ ਤੋਂ ਬਾਅਦ ਕੰਪਰੋਮਾਈਜ਼ ਕਰ ਲਿਆ ਗਿਆ ਸੀ। ਕੰਪਲੇਂਟ ਦੇ ਉੱਪਰ ਕੋਈ ਕਾਰਵਾਈ ਨਹੀਂ ਹੋਈ ਕਿਉਂਕਿ ਉਹਨਾਂ 'ਚੋਂ ਇੱਕ ਬੰਦਾ ਜਿਹੜਾ ਉਹ ਵਿਧਾਨ ਸਭਾ ਦਾ ਇੰਪਲੋਏ ਸੀਗਾ। ਤੇ ਹੁਣ ਵੀ ਅਗਰ ਦੇਖਿਆ ਜਾਵੇ ਤਾਂ ਜਦੋਂ ਮੈਂ ਇੱਥੇ ਰਹਿਣ ਦੀ ਗੱਲ ਕੀਤੀ, ਇਹਨਾਂ ਨੇ ਸਾਫ਼-ਸਾਫ਼ ਮੈਨੂੰ ਮਨਾ ਕਰਤਾ। ਔਰ ਉਸ ਤੋਂ ਬਾਅਦ ਮੇਰੇ ਕੋਲ ਕੁਝ ਵੀਡੀਓ ਕਲਿੱਪਸ ਨੇ ਵੀ ਜਿੱਥੇ ਲੜਕੀਆਂ ਰਾਤ ਨੂੰ ਆਉਂਦੀਆਂ ਨੇ, ਸੂਰਜ ਨਿਕਲਣ ਤੋਂ ਪਹਿਲੇ ਇੱਥੋਂ ਗਾਇਬ ਹੋ ਜਾਂਦੀਆਂ ਨੇ। ਉਹ ਕੀ ਮੈਟਰ ਹੈ, ਉਹ ਤਾਂ ਪੁਲਿਸ ਨੂੰ ਜਾਂਚ ਦੇ ਲਈ ਕਿਹਾ ਗਿਆ ਸੀ, ਲੇਕਿਨ ਪੁਲਿਸ ਨੇ ਇੱਥੇ ਜਾਂਚ ਕਰਨ ਤੋਂ ਮਨਾ ਕਰਤਾ। ਕਿਤੇ ਨਾ ਕਿਤੇ ਜਿਹੜੇ ਤਗੜੇ ਅਧਿਕਾਰੀ ਹੈਗੇ, ਚਾਹੇ ਕਾਨੂੰਨੀ ਆ ਸਿਆਸਤ ਵਿੱਚ ਆ, ਉਹਨਾਂ ਤੇ ਜਿਸ ਤਰ੍ਹਾਂ ਇੰਨਾ ਵੱਡਾ ਐਲੀਗੇਸ਼ਨ ਜਿਸ ਤਰ੍ਹਾਂ ਲਾ ਰਹੇ ਹੋ, ਤੇ ਲੱਗਦਾ ਕਿ ਜਿਸ ਤਰ੍ਹਾਂ ਕਿ ਕੋਈ ਤੁਹਾਡੀ ਸੁਣਵਾਈ ਜਿਸ ਤਰ੍ਹਾਂ ਉਹਨਾਂ ਦੇ ਖਿਲਾਫ ਜੋ ਐਕਟੀਵਿਟੀ ਕੀਤੀ ਕੋਈ ਹੋਏਗੀ? ਸਰ, ਮੈਂ ਕੋਈ ਵੀ ਐਲੀਗੇਸ਼ਨ ਆ ਬਿਨਾਂ ਸਬੂਤ ਤੋਂ ਨਹੀਂ ਲਾਇਆ। ਮੈਂ ਜਿੰਨੇ ਐਲੀਗੇਸ਼ਨ ਲਾਏ ਤੁਹਾਨੂੰ ਵਿਦ ਡਾਕੂਮੈਂਟਸ ਦਿਖਾਏ। ਜਿਹੜੀਆਂ ਨਿਊਜ਼ ਆਲਰੇਡੀ ਪਬਲਿਸ਼ ਹੋ ਚੁੱਕੀਆਂ ਨੇ, ਜਿਨ੍ਹਾਂ ਲੋਕਾਂ ਦੇ ਉੱਤੇ ਮੁਕੱਦਮੇ ਚੱਲ ਰਹੇ ਨੇ, ਉਹਨਾਂ ਦੇ ਬਿਆਨ ਦੇ ਉੱਤੇ ਮੈਂ ਗੱਲ ਕੀਤੀ। ਦੇयर इज़ नो hearsay things that I said। ਔਰ ਇਸ ਤੋਂ ਬਾਅਦ ਜਿਹੜੀ ਲੜਕੀ ਇੱਕ ਦੀਪਿਕਾ ਨਾਰਾਇਣ ਭਾਰਦਵਾਜ ਇਹਨਾਂ ਨੇ ਪਲਾਂਟ ਕੀਤੀ ਸੀ, ਉਹਦੇ ਖਿਲਾਫ ਵੀ ਮੇਰੇ ਕੋਲ ਸਬੂਤ ਨੇ ਤੇ ਮੈਂ ਉੱਤੇ ਐਲੀਗੇਸ਼ਨ ਲਾਇਆ। ਜਦੋਂ ਤੱਕ ਕੋਰਟ ਕਿਸੇ ਨੂੰ ਕਨਵਿਕਟ ਨਹੀਂ ਕਰਦੀ, ਜਦੋਂ ਤੱਕ ਕੋਰਟ ਕਿਸੇ ਨੂੰ ਦੋਸ਼ੀ ਕਰਾਰ ਨਹੀਂ ਕਰਦੀ, ਕਿਸੇ ਥਰਡ ਪਰਸਨ ਜੋ ਕਿ ਤੁਹਾਡੇ ਕੇਸ ਦੇ ਉੱਪਰ ਨਾ ਤਾਂ ਪਾਰਟੀ ਹੈ ਨਾ ਉਹਦਾ ਕੋਈ ਰਿਲੇਸ਼ਨ ਹੈ, ਉਦੋਂ ਤੱਕ ਕੋਈ ਟਰਸਟ, ਕੋਈ NGO, ਕੋਈ ਮੀਡੀਆ ਪਰਸਨ ਕਿਸੇ ਨੂੰ ਵੀ ਦੋਸ਼ੀ ਨਹੀਂ ਠਹਿਰਾ ਸਕਦਾ। ਬਟ ਉਸ ਲੜਕੀ ਨੇ ਜੋ ਪਬਲਿਕਲੀ ਮੇਰੀ ਇਮੇਜ ਡਿਫੇਮ ਕਰਨ ਦੀ ਕੋਸ਼ਿਸ਼ ਕੀਤੀ, ਉਹਦੇ ਉੱਪਰ ਮੁਕੱਦਮੇ ਦਰਜ ਹੋ ਗਏ UT ਚੰਡੀਗੜ੍ਹ ਦੇ ਅੰਦਰ। ਹੁਣ ਉਹ ਕੁੜੀ ਫਰਾਰ ਚੱਲ ਰਹੀ ਹੈ। ਜੇ ਉਹ ਕੁੜੀ ਸੱਚੀ ਤਾਂ ਆਪਣਾ ਆ ਕੇ ਬਿਆਨ ਦੇਵੇ।
ਚੱਲਦੇ ਹੋਏ ਅੱਗੇ ਜਿਹੜਾ ਕਿ ਆਪਣੇ ਵੱਲੋਂ ਕੀ ਮੰਗ ਰੱਖਣਾ ਚਾਹੋਗੇ ਸਰਕਾਰ ਅੱਗੇ? ਮੰਗ ਸਰ ਮੇਰੀ ਮਾਣਯੋਗ ਮੌਜੂਦਾ ਸਰਕਾਰ ਨੂੰ ਇਹੀ ਬੇਨਤੀ ਹੈ, ਹੱਥ ਜੋੜ ਕੇ ਬੇਨਤੀ ਹੈ ਕਿ ਉਹ ਜਿਹੜੀਆਂ ਕੰਪਲੇਂਟਸ ਮੇਰੀਆਂ ਮਾਣਯੋਗ ਸਰਕਾਰ ਦੇ ਕੋਲ ਮੈਂ ਪਾਈਆਂ ਨੇ, ਲੈਟਰਸ ਉਹਨਾਂ ਕੋਲ ਪਹੁੰਚ ਚੁੱਕੀਆਂ ਨੇ, ਉਹ ਫਾਰਵਰਡ ਵੀ ਹੋਈਆਂ ਨੇ ਅੱਗੇ ਪ੍ਰਸ਼ਾਸਨ ਦੇ ਕੋਲ, ਲੇਕਿਨ ਲੋਕਲ ਪੁਲਿਸ ਜਿਹੜੀ ਹੈ ਉਹ ਅਜੇ ਤੱਕ ਹਰਕਤ ਦੇ ਵਿੱਚ ਨਹੀਂ ਆਈ। ਕੋਈ ਐਕਸ਼ਨ ਜਿਹੜਾ ਉਹਨਾਂ ਵੱਲੋਂ ਪੁਖਤਾ ਐਕਸ਼ਨ ਨਹੀਂ ਲਿੱਤਾ ਗਿਆ। ਹਾਲਾਂਕਿ ਕੌਗਨੀਜੈਂਸ ਲੈ ਲਈ ਗਈ ਹੈ ਔਰ ਨੋਟਿਸ ਵੀ ਕੀਤੇ ਗਏ ਨੇ, ਬਟ ਇੱਥੇ ਜਿਹੜੇ ਐਂਟੀ ਸੋਸ਼ਲ ਐਲੀਮੈਂਟਸ ਨੇ, ਜਿਵੇਂ ਕਿ ਦੀਪਿਕਾ ਨਾਰਾਇਣ ਭਾਰਦਵਾਜ, ਐਡਵੋਕੇਟ ਅਜੇ ਚੌਧਰੀ, ਉਸ ਤੋਂ ਇਲਾਵਾ ਜਿਨ੍ਹਾਂ ਦੇ ਨਾਮ ਕੰਪਲੇਂਟ ਦੇ ਵਿੱਚ ਦਰਜ ਨੇ, ਮੈਂ ਮੀਡੀਆ ਤੇ ਨਹੀਂ ਨਾਮ ਲੈਣਾ ਚਾਹੁੰਦੀ, ਜਿਨ੍ਹਾਂ ਦੇ ਨਾਮ ਦਰਜ ਨੇ, ਅਜੇ ਤੱਕ ਉਹਨਾਂ ਦੇ ਖਿਲਾਫ ਕੋਈ ਜਿਹੜੀ ਪੁਖਤਾ ਕਾਰਵਾਈ ਹੈ, ਕਾਨੂੰਨੀ ਕਾਰਵਾਈ, ਉਹ ਨਹੀਂ ਕੀਤੀ ਗਈ। ਤੇ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਉਹਨਾਂ ਦੇ ਉੱਪਰ ਜਿਹੜੀ ਬਣਦੀ ਕਾਰਵਾਈ ਉਹ ਕੀਤੀ ਜਾਵੇ।